ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਜਿਵੇਂ ਆਪ ਜੀ ਸਾਰੇ ਜਾਣਦੇ ਹੀ ਹੋ, ਆਪਾਂ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਾ ਕੇ ਸੰਗਤਾਂ ਵਿੱਚ ਵੰਡਿਆ ਜਾ ਰਿਹਾ ਹੈ, ਇਸ ਦੀ ਵਿਆਖਿਆ ਸਾਂਝੀ ਕਰਦੇ ਆ ਰਹੇ ਹਾਂ। ਭਾਵੇਂ ਕਿ ਸਾਰੀ ਦੀ ਸਾਰੀ ਰਹਿਤ ਮਰਿਆਦਾ ਵਾਰਤਕ ਦੇ ਵਿੱਚ ਹੈ, ਇਸ ਨੂੰ ਬਹੁਤੀ ਵਿਆਖਿਆ ਦੀ ਲੋੜ ਤਾਂ ਹੈ ਨਹੀਂ, ਪਰ ਫਿਰ ਵੀ ਕਿਉਂਕਿ ਸੰਖਿਪਤ ਬਹੁਤ ਆ ਤਾਂ ਆਪਾਂ ਥੋੜ੍ਹੀ ਬਹੁਤ ਆਪਣੇ ਵੱਲੋਂ ਇਸ ਨੂੰ ਸੌਖੀ ਸ਼ਬਦਾਵਲੀ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਹਾਂ। ਇਹ ਰਹਿਤ ਮਰਿਆਦਾ ਜੋ ਸਾਡੇ ਪੁਰਖਿਆਂ ਨੇ ਤਿਆਰ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ, ਸਿੱਖ ਰਹੁ ਰੀਤਾਂ ਤੋਂ ਸੇਧ ਲੈ ਕੇ, ਇਤਿਹਾਸ ਦੀ ਆਪਾਂ ਸਾਰੀ ਗੱਲਬਾਤ ਪਹਿਲੇ ਭਾਗ ਵਿੱਚ ਕਰਕੇ ਆਏ ਹਾਂ, ਅਤੇ ਪਿਛਲੇ ਹਿੱਸੇ ਦੇ ਵਿੱਚ ਆਪਾਂ ਸ਼ਖਸੀ ਰਹਿਣੀ ਦੇ ਅੰਤਰਗਤ ਜਿੰਨੀਆਂ ਜ਼ਰੂਰੀ ਗੱਲਾਂ ਸਿੱਖ ਰਹਿਤ ਮਰਿਆਦਾ ਦੇ ਅੰਦਰ ਦਰਜ ਕੀਤੀਆਂ ਗਈਆਂ ਨੇ ਉਹ ਸਾਰੀਆਂ ਸਾਂਝੀਆਂ ਕੀਤੀਆਂ ਨੇ। ਅੱਜ ਇਸ ਹਿੱਸੇ ਵਿੱਚ ਪੰਨਾ ਨੰਬਰ 27 ਤੋਂ ਪੰਥਕ ਰਹਿਣੀ ਸ਼ੁਰੂ ਹੋਣੀ ਹੈ। ਸੋ ਮੈਂ ਜਸਵਿੰਦਰ ਸਿੰਘ, ਤੁਸੀਂ ਦੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਵਟਰੁੱਖਾਂ। ਆਓ ਆਪਾਂ ਪੰਥਕ ਰਹਿਣੀ ਦੀ ਗੱਲਬਾਤ ਸ਼ੁਰੂ ਕਰੀਏ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਖਸੀ ਰਹਿਣੀ ਵਿੱਚ ਆਪਾਂ ਸਮਝਿਆ ਸੀ ਸਾਡੇ ਜੀਵਨ ਦੀ ਉਹ ਰਹਿਣੀ ਇੰਡੀਵਿਜੂਅਲੀ, ਨਿੱਜੀ ਤੌਰ 'ਤੇ ਜਦੋਂ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਹਾਂ, ਉਹਦੇ ਵਿੱਚ ਅਸੀਂ ਆਪਣੇ ਜੀਵਨ ਦੇ ਅੰਦਰ ਜਿਹੜੀਆਂ ਜ਼ਰੂਰੀ ਚੀਜ਼ਾਂ ਇੱਕ ਸਿੱਖ ਹੋਣ ਦੇ ਨਾਤੇ ਲੈ ਕੇ ਆਉਣੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਖਸੀ ਰਹਿਣੀ ਦੇ ਅੰਤਰਗਤ ਦਰਜ ਕੀਤਾ ਗਿਆ ਆ। ਅਤੇ ਪੰਥਕ ਰਹਿਣੀ ਦਾ ਅਰਥ ਹੈ ਜਦੋਂ ਅਸੀਂ ਆਪਣੇ ਘਰਾਂ ਤੋਂ ਨਿਕਲ ਕੇ ਕੌਮ ਦਾ ਹਿੱਸਾ ਬਣਦੇ ਹਾਂ, ਪੰਥ ਦਾ ਹਿੱਸਾ ਬਣਦੇ ਹਾਂ, ਨੇਸ਼ਨ ਦਾ ਹਿੱਸਾ ਬਣਦੇ ਹਾਂ, ਉਦੋਂ ਸਮੂਹਿਕ ਰੂਪ ਦੇ ਵਿੱਚ, ਸਮੁੱਚਤਾ ਦੇ ਰੂਪ ਦੇ ਵਿੱਚ ਸਾਡੇ ਜੀਵਨ ਵਿੱਚ ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਕਿੰਨਾਂ ਗੱਲਾਂ ਨੂੰ ਅਸੀਂ ਇਕੱਠ ਦੇ ਰੂਪ ਦੇ ਵਿੱਚ ਆਪਣੇ ਜੀਵਨ ਵਿੱਚ ਧਾਰਨ ਕਰਕੇ ਰੱਖਣਾ ਆ, ਉਹ ਸਾਰੀਆਂ ਗੱਲਾਂ ਪੰਥਕ ਰਹਿਣੀ ਦਾ ਹਿੱਸਾ, ਪੰਥਕ ਰਹਿਣੀ ਦਾ ਅੰਗ ਬਣਾ ਕੇ ਇੱਥੇ ਉਹਨਾਂ ਨੂੰ ਦਰਜ ਕੀਤਾ ਹੋਇਆ ਆ। ਸੋ ਪੰਥਕ ਰਹਿਣੀ ਦੇ ਅੰਤਰਗਤ ਵਿਦਵਾਨਾਂ ਨੇ 5 ਹਿੱਸਿਆਂ ਦੇ ਵਿੱਚ ਇਸ ਨੂੰ ਵੰਡਿਆ ਹੈ। ਪਹਿਲਾ ਹਿੱਸਾ ਹੈਗਾ ਗੁਰੂ ਪੰਥ। ਇਸ ਦੀ ਵਿਆਖਿਆ ਕੀਤੀ ਗਈ ਹੈ ਗੁਰੂ ਪੰਥ ਕੀ ਹੈ। ਦੂਜੀ ਗੱਲ ਹੈਗੀ ਅੰਮ੍ਰਿਤ ਸੰਸਕਾਰ। 3 ਸੰਸਕਾਰਾਂ ਦੀ ਗੱਲ ਆਪਾਂ ਪਿੱਛੇ ਕਰ ਚੁੱਕੇ ਹਾਂ, ਜਨਮ ਤੇ ਨਾਮ ਸੰਸਕਾਰ, ਆਨੰਦ ਸੰਸਕਾਰ, ਮ੍ਰਿਤਕ ਸੰਸਕਾਰ। ਤੇ ਇਹਦੇ ਵਿੱਚ ਚੌਥਾ ਅੰਮ੍ਰਿਤ ਸੰਸਕਾਰ, ਜਿਸ ਨੂੰ ਗੁਰਮਤਿ ਦਾ ਪ੍ਰਵੇਸ਼ ਦੁਆਰਾ ਵੀ ਆਖਿਆ ਜਾ ਸਕਦਾ ਆ। ਤੇ ਤੀਜਾ ਪੁਆਇੰਟ ਹੈਗਾ ਤਨਖਾਹ ਲਾਉਣ ਦੀ ਵਿਧੀ। ਤਨਖਾਹ ਕੀ ਹੁੰਦੀ ਹੈ, ਕਿਵੇਂ ਲਾਈ ਜਾਂਦੀ ਆ। ਤੇ ਚੌਥਾ ਪੁਆਇੰਟ ਹੈਗਾ ਗੁਰਮਤਾ ਕਰਨ ਦੀ ਵਿਧੀ। ਤੇ ਪੰਜਵਾਂ ਪੁਆਇੰਟ ਹੈਗਾ ਆ ਸਥਾਨਕ ਫੈਸਲਿਆਂ ਦੀ ਅਪੀਲ। ਇਹਨਾਂ 5 ਹਿੱਸਿਆਂ ਦੇ ਵਿੱਚ ਰਹਿਤ ਮਰਿਆਦਾ ਦੇ ਦੂਸਰੇ ਭਾਗ ਪੰਥਕ ਰਹਿਣੀ ਨੂੰ ਵੰਡਿਆ ਹੋਇਆ ਆ। ਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ, ਸਿੱਖ ਰਹਿਤ ਮਰਿਆਦਾ, ਪੰਥ ਪ੍ਰਵਾਨਿਤ ਰਹਿਤ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਛਾਪ ਕੇ ਵੰਡੀ ਜਾ ਰਹੀ ਹੈ, ਇਹਦਾ ਪੰਨਾ ਨੰਬਰ 27 ਹੈ। ਤੇ 27 ਨੰਬਰ ਪੰਨੇ ਦੇ ਉੱਪਰੋਂ ਪੰਥਕ ਰਹਿਣੀ ਸ਼ੁਰੂ ਹੁੰਦੀ ਹੈ। ਪਹਿਲਾ ਪੁਆਇੰਟ ਹੈਗਾ ਗੁਰੂ ਪੰਥ। ਗੁਰੂ ਪੰਥ ਕਿਸ ਨੂੰ ਆਖਦੇ ਨੇ, ਇਸ ਦੀ ਵਿਆਖਿਆ ਕੀਤੀ ਗਈ ਹੈ, ਆਪਾਂ ਸਾਂਝੀ ਕਰਦੇ ਹਾਂ ਇਨ ਬਿਨ ਪਹਿਲਾਂ ਜਿਵੇਂ ਲਿਖਿਆ ਹੋਇਆ ਉਵੇਂ, ਫਿਰ ਆਪਾਂ ਇਸ ਉੱਪਰ 1-2 ਗੱਲਾਂ ਕਰਾਂਗੇ। ਗੁਰੂ ਪੰਥ ਦੇ ਅੰਤਰਗਤ ਲਿਖਿਆ ਹੋਇਆ ਜੀ, ਸੇਵਾ ਕੇਵਲ ਪੱਖੇ ਲੰਗਰ ਆਦਿ ਤੇ ਹੀ ਨਹੀਂ ਮੁੱਕ ਜਾਂਦੀ, ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ ਦਾ ਕਨਸੈਪਟ ਜੋ ਆਪਾਂ ਪਿਛਲੇ ਹਿੱਸੇ ਵਿੱਚ ਸਾਂਝਾ ਕੀਤਾ ਸੀ, ਤੁਸੀਂ ਉਸ ਹਿੱਸੇ ਵਿੱਚ ਜਾ ਕੇ ਸੁਣ ਸਕਦੇ ਹੋ। ਸੇਵਾ ਸਫਲ ਉਹ ਹੈ ਜੋ ਥੋੜ੍ਹੇ ਯਤਨ ਨਾਲ ਵਧੇਕ ਤੋਂ ਵਧੇਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਇਸੇ ਲਈ ਸ਼ਖਸੀ ਧਰਮ ਨੂੰ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਵੀ ਪੂਰੇ ਕਰਨੇ ਹਨ। ਸਿੱਖ ਨੇ ਇਸ ਲਈ ਸ਼ਖਸੀ ਧਰਮ ਨੂੰ ਪੂਰਾ ਕਰਦਿਆਂ ਹੋਇਆਂ ਪੰਥਕ ਫਰਜ਼ ਵੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾਮ ਹੈ ਪੰਥ। ਹਰ ਇੱਕ ਸਿੱਖ ਨੇ ਪੰਥ ਦਾ ਇੱਕ ਅੰਗ ਹੋ ਕੇ ਵੀ ਆਪਣਾ ਧਰਮ ਨਿਭਾਉਣਾ ਹੈ। ਹੁਣ ਪੰਥ ਕੀ ਹੈ ਜੀ? ਜਥੇਬੰਦੀ ਦਾ ਨਾਮ ਹੈ ਪੰਥ। ਤੇ ਜਥੇਬੰਦੀ ਦਾ ਅਰਥ ਕੀ ਆ? ਜਿਵੇਂ ਮੈਂ ਇਕੱਲਾ ਆ, ਹੈ ਨਾ, 5-7 ਹੋਰ ਸਿੰਘ ਨੇ ਤੇ ਹੋਰ ਰਲ ਕੇ ਇਹ ਸਮੂਹ ਇੱਕ ਬਹੁਤ ਵੱਡਾ ਬਣ ਜਾਂਦਾ ਆ। ਤੇ ਉਹ ਸਮੂਹ ਜਦੋਂ ਸਾਰੇ ਦਾ ਸਾਰਾ ਰਲ ਜਾਂਦਾ ਤਾਂ ਸਾਰੇ ਉਸ ਸਮੂਹ ਨੂੰ ਜਥੇਬੰਦੀ ਆਖਿਆ ਜਾਂਦਾ। ਭਾਵੇਂ ਕਿ ਇਸ ਸਮੇਂ ਸਾਡੇ ਧਰਮ ਦੇ ਵਿੱਚ ਬੜੀਆਂ ਜਥੇਬੰਦੀਆਂ ਬਣੀਆਂ ਹੋਈਆਂ, ਧਾਰਮਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਵੀ ਬੜੀਆਂ ਜਥੇਬੰਦੀਆਂ ਸਾਡੇ ਧਰਮ ਦੇ ਵਿੱਚ, ਸਾਡੇ ਸਮਾਜ ਵਿੱਚ, ਸਾਡੇ ਆਲੇ ਦੁਆਲੇ ਸਭਾ ਸੁਸਾਇਟੀਆਂ ਬਣੀਆਂ ਹੋਈਆਂ ਹਨ। ਉਹ ਸਭਾ ਸੁਸਾਇਟੀ ਵਿੱਚ, ਜਥੇਬੰਦੀ ਦੇ ਵਿੱਚ ਕੁਝ ਚੁਣਿੰਦੇ ਲੋਕ ਲਏ ਜਾਂਦੇ ਆ, ਨੁਮਾਇੰਦੇ ਲਏ ਜਾਂਦੇ ਆ, ਤੇ ਉਹਨਾਂ ਦੇ ਬਾਕਾਇਦਾ ਅਹੁਦੇ ਫਿਕਸ ਕੀਤੇ ਜਾਂਦੇ ਆ।
ਬਈ ਇਹ ਸਰਪ੍ਰਸਤ ਹੋਏਗਾ, ਇਹ ਪ੍ਰਧਾਨ ਹੋਏਗਾ, ਇਹ ਮੀਤ ਪ੍ਰਧਾਨ ਹੋਏਗਾ, ਇਹ ਜੂਨੀਅਰ ਮੀਤ, ਇਹ ਸੀਨੀਅਰ ਮੀਤ ਪ੍ਰਧਾਨ ਹੋਏਗਾ, ਫਿਰ ਸਕੱਤਰ ਹੋਏਗਾ, ਜਨਰਲ ਸਕੱਤਰ ਹੋਏਗਾ, ਹੈ ਨਾ, ਫਿਰ ਅੱਗੇ ਖਜ਼ਾਨਚੀ ਹੋਏਗਾ, ਫਿਰ ਅੱਗੇ ਮੈਂਬਰ ਹੋਣਗੇ, ਫਿਰ ਅੱਗੇ ਪ੍ਰੈਸ ਸਕੱਤਰ ਹੋਏਗਾ, ਫਿਰ ਅੱਗੇ ਉਹ ਹੋਰ ਉਹਨਾਂ ਨੇ ਪਦਵੀਆਂ ਵੰਡੀਆਂ ਹੁੰਦੀਆਂ ਸਭਾ ਸੁਸਾਇਟੀਆਂ ਦੇ ਵਿੱਚ। ਪਰ ਜਿਹੜੀ ਇੱਦਾਂ ਹੀ ਜਿਹੜੀਆਂ ਆਮ ਜਥੇਬੰਦੀਆਂ ਉਹਨਾਂ ਦੇ ਵਿੱਚ ਵੀ ਇਹੀ ਹੁੰਦਾ, ਪ੍ਰਧਾਨ ਹੁੰਦਾ, ਖਜ਼ਾਨਚੀ ਹੁੰਦਾ, ਸਕੱਤਰ ਹੁੰਦਾ, ਮੀਡੀਆ ਸਕੱਤਰ ਹੁੰਦਾ, ਜੇ ਉਹ ਹੋਰ ਬੜੀਆਂ ਪਦਵੀਆਂ ਉਹਨਾਂ ਦੀਆਂ ਹੁੰਦੀਆਂ ਨੇ। ਪਰ ਧਾਰਮਿਕ ਤੌਰ 'ਤੇ ਸਿੱਖਾਂ ਦੀ ਜੋ ਜਥੇਬੰਦੀ ਆ, ਸਮੁੱਚੀ ਇੱਕ ਜਥੇਬੰਦੀ, ਉਹਦੇ 'ਚ ਇੱਦਾਂ ਦੀਆਂ ਕੋਈ ਪਦਵੀਆਂ ਨਹੀਂ ਨੇ। ਉਹਦੇ 'ਚ ਇੱਦਾਂ ਨਹੀਂ ਨੇ, ਉਹਦੇ 'ਚ ਸਾਰੇ ਹੀ ਉਸ ਜਥੇਬੰਦੀ ਦਾ ਅੰਗ ਨੇ ਅਤੇ ਸਾਰੇ ਹੀ ਆਪੋ ਆਪਣੀ ਥਾਂ ਦੇ ਉੱਪਰ ਬੜੀ ਅਹਿਮੀਅਤ ਰੱਖਦੇ ਹੈ। ਕਿਸੇ ਇੱਕ ਨੂੰ ਵੀ ਇਗਨੋਰ ਨਹੀਂ ਕੀਤਾ ਜਾਂਦਾ, ਕਿਸੇ ਇੱਕ ਨੂੰ ਵੀ ਵਧੇਰੇ ਤਵੱਜੋ ਨਹੀਂ ਦਿੱਤੀ ਜਾਂਦੀ। ਸਾਰਿਆਂ ਨੂੰ ਇੱਕੋ ਜਿਹੀ ਤਵੱਜੋ ਆ ਅਤੇ ਸਾਰਿਆਂ ਨੂੰ ਇੱਕੋ ਜਿਹਾ ਮਾਣ ਸਨਮਾਨ ਅਤੇ ਸਤਿਕਾਰ ਦਿੱਤਾ ਜਾਂਦਾ ਆ। ਸੋ ਇਹ ਜਥੇਬੰਦੀ ਹੈ, ਇਹਦਾ ਨਾਮ ਆ ਪੰਥ, ਗੁਰੂ ਪੰਥ। ਪੰਥ ਦਾ ਅਰਥ ਕੀ ਹੈ ਜੀ? ਇੱਕ ਉਹ ਜਥੇਬੰਦੀ ਜਿਹਦੇ ਵਿੱਚ ਗੁਰੂ ਜੀ ਦੇ ਸਿੱਖ ਜੁੜੇ ਹੋਏ ਨੇ, ਇਕੱਤਰ ਨੇ ਅਤੇ ਕਿਸੇ ਕਾਰਜ ਨੂੰ ਕਰਨ ਦੇ ਲਈ ਤਤਪਰ ਨੇ। ਹੁਣ ਮੰਨ ਲਓ ਇੱਕ ਕਾਰਜ ਹੈ ਨਾ, ਇਸ ਵੇਲੇ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਅਪ੍ਰੈਲ 2020 ਦੇ ਵਿੱਚ ਇੱਕ ਬੜਾ ਵੱਡਾ ਕ੍ਰਾਈਸਿਸ ਆ ਪੂਰੀ ਦੁਨੀਆ ਦੇ ਵਿੱਚ, ਕਰੋਨਾ ਵਾਇਰਸ ਦਾ ਜੋ ਚੱਲ ਰਿਹਾ ਵਾ, ਤਾਂ ਸਮੇਂ ਦੇ ਉੱਪਰ ਜਾਂ ਜਗ੍ਹਾ ਦੇ ਉੱਪਰ ਕਈ ਲੋਕੀ ਸੇਵਾ 'ਚ ਜੁਟੇ ਹੋਏ ਨੇ। ਜਿਹੜੇ ਲੋਕਡਾਊਨ ਹੋਇਆ ਪਿਆ ਵਾ, ਲੋਕੀ ਆਪੋ ਆਪਣੇ ਘਰਾਂ 'ਚ ਡੱਕੇ ਹੋਏ ਨੇ, ਤਾਂ ਉਹ ਕੰਮ 'ਤੇ ਨਹੀਂ ਜਾ ਰਹੇ। ਕਾਮਨ ਜੀ ਗੱਲ ਹੈ, ਕੰਮ 'ਤੇ ਨਹੀਂ ਜਾ ਰਹੇ ਅਤੇ ਪੇ ਨਹੀਂ ਆ ਰਹੀ, ਅਤੇ ਪੇ ਨਹੀਂ ਆ ਰਹੀ, ਪੈਸਾ ਨਹੀਂ ਕਮਾ ਰਹੇ ਅਤੇ ਖਾਣਾ ਕਿੱਥੋਂ ਆ? ਫਿਰ ਉਹਨਾਂ ਲੋਕਾਂ ਨੂੰ ਸੇਵਾ ਸਹਾਇਤਾ ਦੇ ਲਈ ਕੁਝ ਲੋਕ ਜਥੇਬੰਦੀ ਬਣਾ ਕੇ ਸੇਵਾ ਕਰ ਰਹੇ, ਉਹਨਾਂ ਨੂੰ ਫੂਡ ਪ੍ਰੋਵਾਈਡ ਕਰ ਰਹੇ ਨੇ। ਹੁਣ ਇੱਕ ਇਕੱਲਾ ਬੰਦਾ ਜੇ ਇਹ ਕੰਮ ਕਰੇ ਉਹਦੇ ਲਈ ਬੜਾ ਔਖਾ ਆ। ਪਰ ਜੇ 50-60 ਲੋਕਾਂ ਦਾ ਇੱਕ ਸਮੂਹ ਬਣ ਜਾਏ ਅਤੇ ਉਹ ਸਾਰੇ ਜਿਹੜੇ ਸਮਰੱਥ ਲੋਕ ਹੈ, ਜਿਨ੍ਹਾਂ ਕੋਲ ਪੈਸੇ ਹੈਗੇ ਆ, ਉਹ ਆਪੋ ਆਪਣੀਆਂ ਡੋਨੇਸ਼ਨਾਂ ਦੇਣ, ਇੱਕ ਥਾਂ 'ਤੇ ਇਕੱਠੀਆਂ ਹੋ ਗਈਆਂ ਹਨ, ਤਾਂ ਰਲ ਕੇ ਉਹਨਾਂ ਨੇ ਕਿੰਨੇ ਲੋਕਾਂ ਦੀ ਸੇਵਾ ਕਰ ਦਿੱਤੀ। ਸੇਵਾ ਕਿੰਨੇ ਲੋਕਾਂ ਦੀ ਕਰ ਦਿੱਤੀ। ਇਹੀ ਆਪਾਂ ਚੀਜ਼ ਇੱਥੇ ਪੜ੍ਹ ਕੇ ਆਏ ਨਾ, ਸੇਵਾ ਸਫਲ ਉਹ ਆ ਜਿਹੜੀ ਥੋੜ੍ਹੇ ਯਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਯਤਨ ਐਫਰਟ ਤੁਹਾਨੂੰ ਥੋੜ੍ਹਾ ਕਰਨਾ ਪਵੇ, ਪਰ ਹੋ ਜਾਏ ਕਾਰਜ ਵੱਧ ਤੋਂ ਵੱਧ, ਤਾਂ ਇਹ ਕਾਰਜ ਜਥੇਬੰਦੀ ਰਾਹੀਂ ਪੂਰਾ ਹੋ ਸਕਦਾ ਹੈ। ਇਹ ਜਥੇਬੰਦੀ ਦੀ ਪਰਿਭਾਸ਼ਾ ਆ ਅਤੇ ਜਥੇਬੰਦੀ ਦਾ ਨਾਮ ਪੰਥ ਆ। ਹੁਣ ਅਗਲੀ ਗੱਲ, ਗੁਰੂ ਪੰਥ। ਗੁਰੂ ਪੰਥ ਕੀ ਹੁੰਦਾ, ਉਹਦੀ ਵਿਆਖਿਆ ਕੀਤੀ ਗਈ ਆ। ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਨੇ। ਤਿਆਰ ਬਰ ਤਿਆਰ ਸਿੰਘਾਂ ਦਾ ਸਮੂਹ ਹੈ ਨਾ ਜਿਹੜਾ, ਉਸ ਸਮੂਹ ਨੂੰ ਗੁਰੂ ਪੰਥ ਆਖਿਆ ਜਾਂਦਾ ਆ। ਤਿਆਰ ਬਰ ਤਿਆਰ ਸਿੰਘਾਂ ਦੇ ਸਮੂਹ ਤੋਂ ਭਾਵ ਕੀ ਆ? ਜਿਹੜੇ ਬਾਹਰੀ ਤੌਰ 'ਤੇ ਵੀ ਤਿਆਰ ਬਰ ਤਿਆਰ ਨੇ, ਜਿਨ੍ਹਾਂ ਨੇ ਪੰਜ ਕਕਾਰੀ ਰਹਿਤ ਨੂੰ ਧਾਰਨ ਕੀਤਾ ਹੋਇਆ ਅਤੇ ਜਿਨ੍ਹਾਂ ਦੇ ਮਨ ਵਿੱਚ ਵੀ ਗੁਰੂ ਦੀ ਸਿੱਖਿਆ ਵਸੀ ਹੋਈ ਆ। ਇਹ ਨਹੀਂ ਵੀ ਕੇਵਲ ਬਹਿਰੂਨੀ ਤੌਰ 'ਤੇ, ਬਾਹਰੀ ਤੌਰ 'ਤੇ ਉਹਨਾਂ ਨੇ ਧਾਰਨ ਕਰ ਲਿਆ ਲਿਬਾਸ, ਪਰ ਮਨ ਵਿੱਚ ਉਹਨਾਂ ਦੇ ਕੋਈ ਸਿੱਖਿਆ ਹੈ ਹੀ ਨਹੀਂ। ਇਵੇਂ ਨਹੀਂ, ਜਾਂ ਇਹ ਵੀ ਨਹੀਂ ਹੈ ਵੀ ਮਨ ਵਿੱਚ ਤੇ ਸਿੱਖਿਆ ਹੈ ਪਰ ਬਾਹਰੀ ਤੌਰ 'ਤੇ ਉਹਨਾਂ ਨੇ ਲਿਬਾਸ ਨੂੰ, ਪੰਜ ਕਕਾਰੀ ਰਹਿਤ ਨੂੰ ਧਾਰਨ ਨਹੀਂ ਕੀਤਾ। ਉਹਨਾਂ ਨੂੰ ਵੀ ਅਸੀਂ ਗੁਰੂ ਪੰਥ ਦਾ ਹਿੱਸਾ ਜਿਹੜਾ ਹੈਗਾ ਰਹਿਤ ਮਰਿਆਦਾ ਦੇ ਅਕੋਰਡਿੰਗ ਨਹੀਂ ਕਹਿ ਸਕਦੇ। ਜੇ ਰਹਿਤ ਮਰਿਆਦਾ ਦੇ ਅਨੁਸਾਰ ਵੇਖੀਏ ਤਾਂ ਗੁਰੂ ਪੰਥ ਉਹ ਆ ਜੋ ਤਿਆਰ ਬਰ ਤਿਆਰ ਸਿੰਘਾਂ ਦਾ ਸਮੂਹ ਹੈ। ਇਹ 'ਚ ਮਾਈਆਂ ਵੀ ਨੇ ਅਤੇ ਭਾਈ ਵੀ ਨੇ, ਇਹ 'ਚ ਔਰਤਾਂ ਵੀ ਨੇ ਅਤੇ ਪੁਰਖ ਵੀ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਪਰ ਹੈ ਸਾਰੇ ਉਹ ਨੇ ਜੋ ਗੁਰਸਿੱਖ ਨੇ। ਸਿੱਖ ਦੀ ਪਰਿਭਾਸ਼ਾ ਆਪਾਂ ਪਹਿਲਾਂ ਸਮਝ ਚੁੱਕੇ ਹੋਏ ਹਾਂ। ਜੋ ਦੂਜਾ ਹਿੱਸਾ ਰਹਿਤ ਮਰਿਆਦਾ ਦਾ ਆ, ਜਿੱਥੋਂ ਰਹਿਤ ਮਰਿਆਦਾ ਦੀ ਆਪਾਂ ਵਿਆਖਿਆ ਸ਼ੁਰੂ ਕੀਤੀ ਆ। ਪਹਿਲੇ ਹਿੱਸੇ ਵਿੱਚ ਆਪਾਂ ਪਿਛੋਕੜ ਦੀ ਗੱਲ ਕੀਤੀ ਸੀ, ਦੂਜੇ ਹਿੱਸੇ 'ਚੋਂ ਆਪਾਂ ਸਿੱਖ ਦੀ ਤਾਰੀਫ, ਸਿੱਖ ਦੀ ਪਰਿਭਾਸ਼ਾ ਦੀ ਗੱਲ ਕੀਤੀ ਸੀ। ਤਾਂ ਉਹ ਸਾਰੇ ਗੁਰਸਿੱਖਾਂ ਦਾ ਸਮੂਹ, ਉਹਨੂੰ ਗੁਰੂ ਪੰਥ ਆਖਿਆ ਜਾਂਦਾ ਆ। ਇਸ ਦੀ ਤਿਆਰੀ 10 ਗੁਰੂ ਸਾਹਿਬਾਨ ਨੇ ਅਤੇ 10ਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਨਾ, ਅਤੇ 10ਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬਣ ਕੇ ਗੁਰਿਆਈ ਸੌਂਪੀ। ਹੁਣ ਆਹ ਗੱਲ ਸਮਝਣੀ ਆਪਾਂ ਬਈ ਇਸ ਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ। ਗੁਰੂ ਪੰਥ ਦੀ ਤਿਆਰੀ, ਇਹਨੂੰ ਖੁਦਮੁਖ ਤਿਆਰੀ ਵੀ ਕਹਿ ਸਕਦੇ ਹਾਂ। ਅਤੇ ਅੰਤਮ ਸਰੂਪ ਬਣ ਕੇ ਇਸ ਨੂੰ ਗੁਰਿਆਈ 10ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੌਂਪੀ। ਇਤਿਹਾਸ ਦੇ ਵਿੱਚੋਂ ਇਹ ਸਹਾਇਤਾ ਲਈ ਜਾ ਸਕਦੀ ਆ। ਇਤਿਹਾਸ ਵਿੱਚੋਂ ਅਸੀਂ ਸਹਾਇਤਾ ਲੈ ਕੇ ਸਮਝ ਸਕਦੇ ਹਾਂ। ਕਿਵੇਂ ਸਮਝ ਸਕਦੇ ਹਾਂ? ਹੁਣ ਇਹਨੂੰ ਨਾ ਕਈ ਘਟਨਾਵਾਂ ਇਤਿਹਾਸ ਦੀਆਂ ਲੈ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ।
ਆਪਾਂ ਪਹਿਲਾਂ ਵੀ ਇਹ ਗੱਲ ਸਮਝੀ ਸੀ ਬਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪੰਜ ਪਿਆਰਿਆਂ ਦੀ ਸਥਾਪਨਾ ਕੀਤੀ ਗਈ ਸੀ। ਪੰਜ ਪਿਆਰਿਆਂ ਦਾ ਇੱਕ ਸਿਧਾਂਤ ਸਾਨੂੰ ਕੌਮੀ ਪੱਖ ਤੋਂ ਦਿੱਤਾ ਗਿਆ ਸੀ, ਪੰਜ ਪਿਆਰਿਆਂ ਦਾ, ਨਾ ਕਿ ਕੋਈ ਪੰਜ ਜਿਹੜੇ ਹੈਗੇ ਤਨਖਾਹਦਾਰ ਕਰਮਚਾਰੀ ਹੈ ਕਿ ਕਿਸੇ ਵੀ ਸੰਸਥਾ ਦੇ, ਉਹਨਾਂ ਦਾ। ਪੰਜ ਪਿਆਰਿਆਂ ਦਾ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਸੀ, ਤੇ ਉਹ ਪੰਜ ਪਿਆਰਿਆਂ ਦੀ ਚੋਣ ਆ ਜਿਹੜੀ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ, ਇਤਿਹਾਸ ਤੁਹਾਡੇ ਸਾਡੇ ਸਾਰਿਆਂ ਦੇ ਸਾਹਮਣੇ ਆ। 1699 ਦੇ ਵਿੱਚ ਇਤਿਹਾਸ ਕਹਿੰਦਾ ਆ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਦੇ ਇਕੱਠ ਵਿੱਚੋਂ ਆਵਾਜ਼ ਦੇ ਕੇ ਇੱਕ ਸੀਸ ਦੀ ਮੰਗ ਕੀਤੀ ਸੀ। ਤੇ ਕੁਦਰਤੀ ਗੱਲ ਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਿੱਖ ਹੈ ਨਾ ਜਿਹੜਾ ਸਿੱਖ, ਉਸ ਗੁਰਸਿੱਖ ਨੇ ਆਪਣਾ ਆਪਾ ਤਿਆਗਣਾ ਆ। ਗੁਰ ਕੀ ਮੱਤ ਤੂੰ ਲੇਹ ਗਿਆਨੇ, ਗੁਰੂ ਦੀ ਮੱਤ ਧਾਰਨ ਕਰਨੀ ਹੈ, ਆਪਣੀ ਮੱਤ ਛੱਡਣੀ ਹੈ। ਪੜ੍ਹਦੇ ਆ ਨਾ ਆਪਾਂ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚਣਾ ਆ, ਮਨ ਭੇਂਟ ਕਰਨਾ। ਮਨ ਭੇਂਟ ਕਰਨਾ ਕੀ ਆ? ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਆ ਰੇ। ਜੋ ਪ੍ਰਭ ਕਰੈ ਸੋਈ ਭਲ ਮਾਨੋ, ਸੁਖ ਦੁਖ ਹੋਈ ਧਿਆਈਆ ਰੇ। ਮਨ ਕੀ ਮਤ ਤਿਆਗੋ, ਆ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਵ। ਆ ਜਿਹੜੀ ਮਨ ਦੀ ਸਾਡੀ ਆਪਣੀ ਮੱਤ ਆ ਨਾ, ਆਪਣੀ ਮੱਤ, ਉਹਨੂੰ ਅਸੀਂ ਤਿਆਗਣਾ। ਆਪਣੀ ਜੋ ਸਾਨੂੰ ਲੱਗਦਾ ਵੀ ਐਂ ਹੋਏਗਾ ਉਹ ਤਿਆਗਣਾ। ਤੇ ਅਸੀਂ ਧਾਰਨ ਕੀ ਕਰਨਾ? ਗੁਰੂ ਦੀ ਮੱਤ ਧਾਰਨ ਕਰਨੀ ਹੈ। ਅਪਣਾਉਣਾ ਕੀ ਹੈ? ਗੁਰੂ ਦੀ ਮੱਤ ਨੂੰ ਅਪਣਾਉਣਾ ਹੈ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਆਖਦਾ ਹੈ, ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਨੇ ਜੋ ਆਖਿਆ ਉਹ ਕਾਰਜ ਸਿੱਖ ਨੇ ਕਰਨਾ ਆ। ਉਹਦੇ ਲਈ ਸਿੱਖ ਨੂੰ ਆਪਣੇ ਮਨ ਦੀ ਮੱਤ ਨੂੰ ਤਿਆਗਣਾ ਪੈਣਾ ਆ। ਜਿਵੇਂ ਭਾਈ ਲਹਿਣਾ, ਇਤਿਹਾਸ ਦੀ ਆਪਾਂ ਹੁਣ ਘਟਨਾ ਲੈ ਕੇ ਚੱਲੀਏ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿੱਥੇ ਜਾਂਦੇ ਸੀ ਜੀ, ਉਹ ਵੈਸ਼ਨੋ ਦੇਵੀ ਦੇ ਪੁਜਾਰੀ ਸਨ। ਉਹ ਉੱਥੇ ਜਾਂਦੇ ਸਨ, ਹਰ ਸਾਲ ਆਪਣੇ ਪਿੰਡੋਂ ਜਥਾ ਲੈ ਕੇ ਜਾਂਦੇ ਸਨ। ਗੁਰੂ ਨਾਨਕ ਸਾਹਿਬ ਬਾਰੇ ਉਹਨਾਂ ਨੇ ਸੁਣਿਆ ਹੋਇਆ ਸੀ, ਸਬੱਬ ਬਣਿਆ, ਦਰਸ਼ਨਾਂ ਲਈ ਗਏ ਚਲੇ। ਹੁਣ ਤਿਆਗੇ ਮਨ ਕੀ ਮਤੜੀ, ਇਹਦਾ ਅਰਥ ਕੀ ਹੈ? ਮਨ ਕੀ ਮਤ ਤਿਆਗੋ ਹਰ ਜਨ, ਇਹਦਾ ਅਰਥ ਕੀ ਹੈ? ਹੁਣ ਉਹ ਗੁਰੂ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਦੇ ਆ, ਹੈ ਨਾ, ਗੱਲਾਂ ਬਾਤਾਂ ਹੋਈਆਂ ਹੋਣੀਆਂ ਉੱਥੇ ਬੈਠ ਕੇ। ਪਰ ਇੱਕ ਗੱਲ ਦਾ ਇੱਥੋਂ ਸਪਸ਼ਟ ਸਾਨੂੰ ਪ੍ਰਗਟਾਵਾ ਮਿਲਦਾ ਹੈ ਬਈ ਜਦੋਂ ਗੁਰੂ ਨਾਨਕ ਜੀ ਦੀ ਸੰਗਤ ਭਾਈ ਲਹਿਣਾ ਜੀ ਨੇ ਕੀਤੀ, ਤਾਂ ਲਹਿਣਾ ਜੀ ਮੁੜ ਕੇ ਉਸ ਤੋਂ ਬਾਅਦ ਗੁਰੂ ਨਾਨਕ ਜੀ ਦੀ ਸੰਗਤ ਨੂੰ ਛੱਡ ਕੇ ਨਾ ਕਿਸੇ ਦੇਵੀ ਦੇ ਦਰਸ਼ਨਾਂ ਨੂੰ ਗਏ, ਨਾ ਕਿਸੇ ਹੋਰ ਥਾਂ ਤੇ ਗਏ। ਗੁਰੂ ਨੇ ਸਮਝਾ ਦਿੱਤਾ ਨਾ, ਤਾਂ ਗੁਰੂ ਤੋਂ ਸਮਝ ਲੈ ਕੇ ਬਸ ਉੱਥੇ ਤੱਕ ਉਹ ਟਿਕ ਗਏ। ਗੁਰੂ ਜੀ ਦੀ ਮੱਤ ਨੂੰ ਆਪਣੇ ਅੰਦਰ ਉਹਨਾਂ ਨੇ ਧਾਰਨ ਕਰ ਲਿਆ। ਸਤਿਗੁਰ ਨੇ ਉੱਥੇ ਆਖਿਆ ਹੋਣਾ, ਲਹਿਣਾ ਜੀ ਕਿੱਥੇ ਜਾਂਦੇ ਹੋ? ਲਹਿਣਾ ਜੀ ਨੇ ਦੱਸਿਆ ਹੋਣਾ ਵੈਸ਼ਨੋ ਦੇਵੀ। ਤੇ ਫਿਰ ਸਤਿਗੁਰ ਜੀ ਨੇ ਪੁੱਛਿਆ ਹੋਣਾ, ਲਹਿਣਾ ਜੀ ਠੀਕ ਆ, ਥਾਵਾਂ ਨੇ ਕਰਤੇ ਦੀਆਂ ਸਾਜੀਆਂ ਹੋਈਆਂ ਨੇ, ਲੋਕਾਂ ਨੇ ਪੂਜਾ ਦੇ ਥਾਂ ਇਹਨਾਂ ਥਾਵਾਂ ਨੂੰ ਬਣਾ ਲਏ ਹੋਏ ਨੇ, ਪਰ ਤੁਸੀਂ ਇਹ ਦੱਸੋ ਸਾਨੂੰ ਬਈ ਤੁਸੀਂ, ਇਹ ਮੈਂ ਆਪਣੀ ਗੱਲ ਕਰ ਰਿਹਾ, ਆਪਣੇ ਕੋਲੋਂ ਗੱਲ ਕਰ ਰਿਹਾ ਵਾਂ, ਤੁਹਾਨੂੰ ਲਿਖੀ ਹੋਈ ਨਹੀਂ ਮਿਲਣੀ ਕਿਤੇ, ਵੀ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਹੋਣਾ, ਇੱਕ ਇਮੈਜੀਨੇਸ਼ਨ ਪੁੱਛਿਆ ਹੋਣਾ ਵੀ ਉਹਨਾਂ ਥਾਵਾਂ ਤੇ ਤੁਸੀਂ ਜਾਂਦੇ ਹੋ, ਤੁਹਾਡੇ ਜੀਵਨ 'ਚ ਕੋਈ ਬਦਲਾਅ, ਤਬਦੀਲੀ ਆਪਣੇ ਅੰਦਰ ਕੋਈ ਮਹਿਸੂਸ ਕੀਤੀ ਤੁਸੀਂ ਕਦੀ? ਜੇ ਨਹੀਂ ਕੀਤੀ ਫਿਰ ਕਿਉਂ ਜਾਂਦੇ ਆ? ਫਿਰ ਤੁਸੀਂ ਯਾਤਰਾ ਉਸ ਥਾਂ ਦੀ ਕਿਉਂ ਨਹੀਂ ਕਰਦੇ? ਉਸ ਤੀਰਥ ਦੀ ਯਾਤਰਾ ਕਿਉਂ ਨਹੀਂ ਕਰਦੇ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਗਾ? ਬਾਬਾ ਜੀ ਕਿਹੜਾ ਤੀਰਥ? ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆ ਤੀਰਥ ਅੰਤਰਗਤ ਤੀਰਥ ਮਲ ਨਹਾਓ, ਸਤ ਸੁਹਾਣ ਸਦਾ ਮਨ ਚਾਓ। ਤੇ ਫਿਰ ਉਸ ਤੀਰਥ ਤੇ ਨਹਾਤਿਆਂ ਸਮਝ ਆਏਗੀ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹ ਕਵਣ, ਜਿਤ ਹੋਆ ਆਕਾਰ। ਉਸ ਤੀਰਥ ਤੇ ਨਹਾਤਿਆਂ ਜਦੋਂ ਇਹ ਸਵਾਲ ਮਨ 'ਚ ਪੈਦਾ ਹੋਣੇ ਸ਼ੁਰੂ ਹੋ ਗਏ, ਫਿਰ ਤੁਸੀਂ ਆਪਣਾ ਰਸਤਾ ਇਖਤਿਆਰ ਕਰ ਲੈਣਾ ਆ। ਕਿਉਂਕਿ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਲੱਗਦਾ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਵਿਸ਼ਾਲਤਾ ਨਾਲ ਇਹ ਵਚਨ ਲਹਿਣਾ ਜੀ ਨਾਲ ਸਾਂਝੇ ਕੀਤੇ ਹੋਣੇ ਆ। ਇਸੇ ਲਈ ਲਹਿਣਾ ਜੀ ਗੁਰੂ ਨਾਨਕ ਦੇ ਦਰ ਦੇ ਹੋ ਜਾਂਦੇ ਅਤੇ ਮੁੜ ਕੇ ਫਿਰ ਜੋ ਬਾਕੀ ਸਭ ਸੀ ਉਹਨੂੰ ਛੱਡ ਦਿੰਦੇ ਆ।
ਤੇ ਗੁਰੂ ਨਾਨਕ ਜੀ ਦੇ ਦਰ ਉੱਪਰ ਵੀ ਉਹ ਉਸ ਭਾਵਨਾ ਨਾਲ ਨਹੀਂ ਜੁੜਦੇ ਜਿਸ ਭਾਵਨਾ ਨਾਲ ਹੋਰਨਾਂ ਤੀਰਥਾਂ ਤੇ ਜਾਂਦੇ ਸੀ। ਅੱਛਾ, ਜੇ ਇਹ ਗੱਲ ਹੁੰਦੀ ਨਾ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਜਿਉਂਦੇ ਜੀ ਆਪਣੇ ਜਨਮ ਸਥਾਨ ਨੂੰ ਤੀਰਥ ਰੂਪ 'ਚ ਜ਼ਰੂਰ ਵਿਕਸਿਤ ਕਰਦੇ, ਪਰ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੇ ਸਰੀਰ ਵਿੱਚ ਰਹਿੰਦਿਆਂ ਜੇ ਕਿਸੇ ਥਾਂ ਨੂੰ ਵਿਕਸਿਤ ਕੀਤਾ ਤਾਂ ਕਰਤਾਰਪੁਰ ਨੂੰ ਕੀਤਾ, ਵਸਾਈ ਇੱਕ ਨਵੀਂ ਥਾਂ, ਆਬਾਦ ਕੀਤੀ ਇੱਕ ਨਵੀਂ ਥਾਂ, ਤੇ ਉਹਨੂੰ ਵੀ ਧਰਮ ਪ੍ਰਚਾਰ ਕੇਂਦਰ ਦੇ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਨੇ ਵਿਕਸਿਤ ਕੀਤਾ। ਉਹਨੂੰ ਪੂਜਾ ਅਸਥਾਨ ਦੇ ਰੂਪ 'ਚ ਵਿਕਸਿਤ ਨਹੀਂ ਕੀਤਾ ਗੁਰੂ ਸਾਹਿਬ ਨੇ। ਇੱਦਾਂ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕੀਤਾ। ਸੋ ਆਪਾਂ ਗੱਲ ਕਰ ਰਹੇ ਸੀ ਗੁਰੂ ਪੰਥ ਦਾ ਹਿੱਸਾ ਹੋਣ ਲਈ। ਆ ਜਿਹੜੀ ਸਾਡੀ ਆਪਣੇ ਅੰਦਰ ਅਸੀਂ ਲਈ ਬੈਠੇ ਆ ਨਾ, ਆਪਣੇ ਖਿਆਲ ਆਪਣੀ ਬਣਾਈ ਬੈਠੇ ਆ ਅਸੀਂ ਵੀ ਸ਼ਾਇਦ ਫਲਾਣੀ ਥਾਂ ਤੇ ਜਾ ਕੇ ਮੁਕਤੀ ਹੋ ਜਾਣੀ ਆ, ਫਲਾਣੀ ਥਾਂ ਤੇ ਜਾ ਕੇ ਰੋਗ ਕੱਟਿਆ ਜਾਣਾ, ਫਲਾਣੀ ਥਾਂ ਤੇ ਜਾ ਕੇ ਕਰਜ਼ਾ ਲੈ ਜਾਣਾ, ਫਲਾਣੀ ਥਾਂ ਤੇ ਜਾ ਕੇ ਐਂ ਹੋ ਜਾਣਾ। ਉਹ ਸਾਰੀਆਂ ਚੀਜ਼ਾਂ ਪਰੇ ਹੋ ਜਾਣੀਆਂ ਨੇ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਦਾ। ਸੋ ਗੁਰੂ ਪੰਥ ਦਾ ਹਿੱਸਾ ਸਰੀਰਕ ਪੱਖ ਤੋਂ ਹੋਣਾ ਮੁਕੰਮਲ ਗੱਲ ਨਹੀਂ ਆ। ਜਿੱਥੇ ਸਰੀਰਕ ਪੱਖ ਤੋਂ ਅਸੀਂ ਗੁਰੂ ਪੰਥ ਦਾ ਹਿੱਸਾ ਹੋਣਾ, ਉੱਥੇ ਆ ਮਾਨਸਿਕ ਪੱਖ ਤੋਂ ਵੀ ਗੁਰੂ ਪੰਥ ਦਾ ਹਿੱਸਾ ਹੋਣਾ ਅਸੀਂ। ਤੇ ਮਾਨਸਿਕ ਪੱਖ ਤੋਂ ਹਿੱਸਾ ਉਦੋਂ ਹੋਵਾਂਗੇ ਜਦੋਂ ਸਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਇੱਥੇ ਟਿਕ ਜਾਏਗਾ। ਫਿਰ ਮਨ ਕਰਕੇ ਵੀ ਤਨ ਕਰਕੇ ਵੀ ਅਸੀਂ ਗੁਰੂ ਦੇ ਸਿੱਖ ਬਣ ਜਾਵਾਂਗੇ। ਨਹੀਂ ਤੇ ਫਿਰ ਗੁਰੂ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਨਾ, ਜਿਨ ਮਨ ਹੋਰ ਮੁਖ ਹੋਰ। ਬਾਹਰੋਂ ਦਿਸਣ ਨੂੰ ਤਾਂ ਐਂ ਲੱਗਦੇ ਆ ਵੀ ਹਾਂ ਹੈਗੇ ਆ ਜੀ, ਪਰ ਮਨ ਹੋਰ ਮੁੱਖ ਹੋਰ। ਮੁੱਖ ਹੋਰ ਤੋਂ ਬਾਅਦ ਬਾਹਰੀ ਤੌਰ ਤੇ ਜੋ ਪ੍ਰਗਟਾਵਾ ਆ ਹੋਰ ਸੇ ਕਾਂਡੇ ਕੱਚੇ ਆ, ਉੱਤੇ ਕੱਚੇ ਕਾਂਡੇ ਜਾਂਦੇ ਆ ਭਾਈ, ਕੱਚੇ ਗਿਣੇ ਜਾਂਦੇ ਆ, ਕਛਿਆਰ ਗਿਣੇ ਜਾਂਦੇ ਆ। ਸੋ ਸਾਨੂੰ ਜੀਉ ਨਿਰਮਲ ਬਾਹਰੋਂ ਨਿਰਮਲ ਇਹ ਅਵਸਥਾ ਆਪਣੇ ਜੀਵਨ 'ਚ ਲੈ ਕੇ ਆਉਣੀ ਪੈਣੀ ਆ। ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵੰਜਾਰੇ। ਸਾਨੂੰ ਇਹ ਜੀਵਨ ਜੁਗਤ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਜੋ ਸਾਨੂੰ ਦੱਸੀ ਆ ਨਾ, ਉਹ ਆਪਣੀ ਜ਼ਿੰਦਗੀ 'ਚ ਅਪਣਾਉਣੀ ਪੈਣੀ ਹੈ। ਸੋ ਸਾਧ ਸੰਗਤ ਜਦੋਂ ਇਹ ਅਪਣਾਈ ਗਈ, ਮਨ ਕਰਕੇ ਗੁਰਬਾਣੀ ਦਾ ਉਪਦੇਸ਼ ਸਾਡੇ ਅੰਦਰ ਟਿਕ ਗਿਆ ਅਤੇ ਤਨ ਕਰਕੇ ਆ ਰਹਿਤ ਜੋ ਆਪਾਂ ਰਹਿਤ ਮਰਿਆਦਾ ਵਿੱਚੋਂ ਸਾਂਝੀ ਕਰ ਰਹੇ ਹਾਂ, ਇਹ ਸਾਡੇ ਅੰਦਰ ਆ ਗਈ। ਸਾਡੇ ਮਨ ਵਿੱਚ ਵੀ ਗੁਰੂ ਦੀ ਬਾਣੀ, ਸਾਡੇ ਕਰਮ ਅਭਿਆਸ ਵਿੱਚ ਵੀ ਗੁਰੂ ਦੀ ਦੱਸੀ ਹੋਈ ਰਹਿਤ ਜਦੋਂ ਹੋਏਗੀ, ਫਿਰ ਅਸੀਂ ਮਨ ਕਰਕੇ ਵੀ ਗੁਰੂ ਦੇ ਸਿੱਖ ਹੋਵਾਂਗੇ ਤੇ ਤਨ ਕਰਕੇ ਵੀ ਗੁਰੂ ਦੇ ਸਿੱਖ ਹੋਵਾਂਗੇ। ਫਿਰ ਉਦੋਂ ਇਹੋ ਜਿਹੀ ਭਾਵਨਾ ਵਾਲੇ ਗੁਰਮੁਖਾਂ ਦਾ ਸਮੂਹ ਜਿਹੜਾ ਇਕੱਠਾ ਹੋਏਗਾ, ਉਹਨੂੰ ਗੁਰੂ ਪੰਥ ਆਖਿਆ ਜਾਏਗਾ। ਉਹਨੂੰ ਗੁਰੂ ਪੰਥ ਆਖਿਆ ਜਾਏਗਾ ਜੀ, ਜਿੱਥੇ ਮਨ ਵਿੱਚ ਵੀ ਗੁਰੂ ਦਾ ਉਪਦੇਸ਼ ਹੈ ਤੇ ਤਨ ਉੱਪਰ ਵੀ ਗੁਰੂ ਦਾ ਭੇਖ ਹੈ, ਪਹਿਰਾਵਾ ਆ, ਗੁਰੂ ਦਾ ਲਿਬਾਸ ਜੋ ਦਿੱਤਾ ਹੋਇਆ ਉਹਨੂੰ ਧਾਰਨ ਕੀਤਾ ਹੋਇਆ ਆ। ਨਹੀਂ ਤੇ ਮਨਾਂ ਵਿੱਚ ਸਾਡੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਭਰੀਆਂ ਪਈਆਂ, ਕਿਹੜੇ ਕਿਹੜੇ ਖਿਆਲ ਭਰੇ ਪਏ ਹੈ। ਰਹਿਤ ਦੇ ਨਾਂ ਉੱਪਰ ਸਿੱਖੀ ਦੇ ਨਾਂ ਉੱਪਰ, ਧਰਮ ਦੇ ਨਾਂ ਉੱਪਰ ਪਤਾ ਨਹੀਂ ਕੀ ਕੀ ਪਾਲੀ ਬੈਠੇ ਹਾਂ ਅਸੀਂ। ਬੇਨਤੀ ਕਰਾਂਗੇ ਹੱਥ ਜੋੜ ਕੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ, ਉਹਨੂੰ ਸਮਝਣਾ ਸ਼ੁਰੂ ਕਰ ਦਿਓ, ਤੇ ਜਿਵੇਂ ਜਿਵੇਂ ਪਾਠ ਕਰੋਗੇ ਸਮਝੋਗੇ ਜ਼ਿੰਦਗੀ 'ਚ ਸਿੱਖੀ ਦਾ ਵਾਸਾ ਹੁੰਦਾ ਜਾਏਗਾ। ਸਮਝ ਆਉਣ ਲੱਗ ਪਏਗੀ ਵੀ ਗੁਰੂ ਬਾਬਾ ਜੀ ਨੇ ਸਾਡੇ ਲਈ ਕਿਹੜਾ ਰਾਹ ਦਿੱਤਾ ਸੀ ਤੇ ਅੱਜ ਅਸੀਂ ਤੁਰ ਕੇ ਇਸ ਰਾਹ ਤੇ ਪਏ ਹੋਏ ਹਾਂ। ਸੋ ਭਾਈ ਦਸਮ ਗੁਰੂ ਜੀ ਨੇ ਅੰਤਮ ਸਰੂਪ ਇਸ ਦਾ ਬੰਨਿਆ। ਇਹ ਅੰਤਮ ਸਰੂਪ ਬੰਨਿਆ। ਅੰਤਮ ਸਰੂਪ ਕਦੋਂ ਬੰਨਿਆ? ਹੁਣ ਇਹ ਤੇ ਸੀ ਗੁਰੂ ਪੰਥ ਦਾ ਹਿੱਸਾ ਹੋਣਾ, ਹੈ ਨਾ। ਅੰਤਮ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਸੀ ਨਾ, ਉਦੋਂ ਸੰਗਤਾਂ ਨੂੰ ਇੱਕ ਬਚਨ ਇਤਿਹਾਸ ਵਿੱਚੋਂ ਅਸੀਂ ਪੜ੍ਹਦੇ ਹਾਂ ਬਈ ਆਖਿਆ ਗਿਆ ਸੀ। ਉਹ ਕਿਹੜਾ ਸੀ? ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਆਤਮਾ ਗ੍ਰੰਥ ਵਿੱਚ ਆ ਤੇ ਸਰੀਰ ਪੰਥ ਵਿੱਚ ਆ। ਆ ਸਾਰਾ ਪੰਥ ਇਹ ਸਾਡਾ ਸਰੀਰ ਆ, ਤੇ ਇਸ ਸਰੀਰ ਦੀ ਆਤਮਾ ਗ੍ਰੰਥ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਆ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਗੁਰਿਆਈ ਦਿੱਤੀ। ਗੁਰਿਆਈ ਕਿਹੜੀ ਦਿੱਤੀ? ਵੀ ਖਾਲਸੇ ਪੰਥ ਨੇ ਗੁਰੂ ਗ੍ਰੰਥ ਦੀ ਤਾਬਿਆ ਰਹਿੰਦੇ, ਭਵਿੱਖ ਵਿੱਚ ਜਦੋਂ ਵੀ ਲੋੜ ਪਵੇ ਤਾਂ ਆਪਣੇ ਫੈਸਲੇ ਆਪ ਕਰਨੇ ਨੇ, ਕਿਸੇ ਦੂਜੇ ਤੇ ਟੇਕ ਨਹੀਂ ਰੱਖਣੀ। ਆਪਣੇ ਫੈਸਲੇ ਖਾਲਸੇ ਨੇ ਆਪ ਕਰਨੇ ਹੈ, ਪਰ ਕਰਨੇ ਕਿਵੇਂ ਹੈ ਜੀ? ਗੁਰੂ ਗ੍ਰੰਥ ਸਾਹਿਬ ਦੀ ਤਾਬੇ। ਤਾਬੇ ਤੋਂ ਭਾਵ ਬਈ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਤੋਂ ਪਰੇ ਨਹੀਂ ਜਾਣਾ। ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਿਆਂ
ਖਾਲਸੇ ਨੇ ਆਪਣੇ ਫੈਸਲੇ ਆਪ ਕਰਨੇ ਨੇ। ਇਹ ਗੁਰੂ ਪੰਥ ਨੂੰ ਗੁਰਿਆਈ ਦਿੱਤੀ ਹੋਈ ਹੈ ਤੇ ਇਹ ਗੁਰਿਆਈ ਹੁਣ ਅਸੀਂ ਵੇਖਣਾ ਅੱਜ ਦੇ ਸਮੇਂ ਵੀ ਸਾਡੇ ਹੱਥੋਂ ਕਿਤੇ ਜਾ ਤੇ ਨਹੀਂ ਰਹੀ। ਕੀ ਇਸ ਗੁਰਿਆਈ ਨੂੰ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ੀ ਸੀ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੋਇਆ ਸੀ, ਗੁਰੂ ਪੰਥ ਰੂਪ ਦੇ ਵਿੱਚ ਇਹ ਗੁਰਿਆਈ ਸਾਡੇ ਕੋਲੇ ਹੈ। ਅੱਜ ਜਿਹੜੇ ਫੈਸਲੇ ਹੁੰਦੇ ਆ, ਕੀ ਉਹ ਫੈਸਲੇ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਖੁਦ ਮੁਖਤਿਆਰੀ ਰਾਹੀਂ ਖਾਲਸਾ ਪੰਥ ਆਪ ਕਰਦਾ ਆ, ਜਾਂ ਉਹ ਕਿਸੇ ਇੱਕ ਬੰਦੇ ਦੇ ਫੈਸਲੇ ਆ ਜਿਹੜੇ ਥੋਪੇ ਜਾ ਰਹੇ ਆ ਸਾਰੇ ਪੰਥ ਉੱਪਰ? ਇਹ ਤੁਸੀਂ ਐਨਾਲਿਸਿਸ ਕਰਨਾ, ਅਧਿਐਨ ਕਰਨਾ ਆ, ਤੇ ਫਿਰ ਸਾਨੂੰ ਪਤਾ ਚੱਲੇਗਾ ਵੀ ਗੁਰੂ ਪੰਥ ਇਹਦਾ ਰੂਪ ਕੀ ਹੈ, ਖੁਦ ਮੁਖਤਿਆਰੀ ਕਿਸ ਨੂੰ ਆਖਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਖੁਦ ਮੁਖਤਿਆਰ ਕੀਤਾ ਸੀ। ਖੁਦ ਮੁਖਤਿਆਰ ਦਾ ਅਰਥ ਵੀ ਤੁਸੀਂ ਆਜ਼ਾਦ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਤੋਂ ਬਾਹਰ ਤੁਸੀਂ ਜਾਣਾ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਧਾਰਨ ਕਰਦਿਆਂ ਜਦੋਂ ਵੀ ਭਵਿੱਖ 'ਚ ਜਿਹੋ ਜਿਹੀ ਲੋੜ ਪਵੇ, ਕੋਈ ਸੇਧ ਲੈਣ ਦੀ, ਕੋਈ ਅਗਵਾਈ ਕਰਨ ਦੀ, ਉਹ ਅਗਵਾਈ, ਉਹ ਸੇਧ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਲੈਣੀ ਹੈ। ਸੋ ਇਉਂ ਭਾਈ ਦਸਮ ਪਾਤਸ਼ਾਹ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਜਿਹੜੀ ਚੋਣ 1699 ਨੂੰ ਕੀਤੀ ਸੀ, ਤਾਂ ਫਿਰ ਉਹ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਖੰਡੇ ਕੀ ਪਾਹੁਲ ਦੇ ਕੇ, ਤਾਂ ਉਸ ਤੋਂ ਬਾਅਦ ਵਿੱਚ ਜਿਹੜੀਆਂ ਸੰਗਤਾਂ ਨੇ ਫਿਰ ਬੇਨਤੀ ਕੀਤੀ ਵੀ ਮਹਾਰਾਜ ਸਾਨੂੰ ਵੀ ਪਾਹੁਲ ਦਿਓ। ਗੁਰੂ ਸਾਹਿਬ ਕਹਿੰਦੇ ਅਸੀਂ ਤੇ ਪੰਜਾਂ ਨੂੰ ਪਾਹੁਲ ਦੇ ਦਿੱਤੀ ਭਾਈ, ਤੇ ਇਹਦੇ ਨਾਲ ਇਹ ਪਾਹੁਲ ਦੇਣ ਦਾ, ਧਰਮ ਪ੍ਰਵੇਸ਼ ਕਰਵਾਉਣ ਦਾ ਅਧਿਕਾਰ ਇਹਨਾਂ ਪੰਜਾਂ ਨੂੰ ਦੇ ਦਿੱਤਾ। ਅੱਜ ਤੋਂ ਮੁੜ ਕੇ ਕਿਸੇ ਨੇ ਵੀ ਸਿੱਖ ਧਰਮ 'ਚ ਪ੍ਰਵੇਸ਼ ਕਰਨਾ ਤੇ ਪੰਜਾਂ ਦੇ ਜਥੇ ਰਾਹੀਂ ਸ਼ਾਮਲ ਹੋਏਗਾ। ਗੁਰੂ ਵਿਅਕਤੀ ਸ਼ਾਮਲ ਨਹੀਂ ਕਰੇਗਾ, ਪੰਜਾਂ ਦੇ ਜਥੇ ਰਾਹੀਂ ਸ਼ਾਮਲ ਹੋਏਗਾ। ਫਿਰ ਪੜ੍ਹ ਲਓ ਇਤਿਹਾਸ, 1699 ਦੀ ਵਿਸਾਖੀ ਤੋਂ ਪਿੱਛੋਂ ਜਿੰਨੇ ਵੀ ਧਰਮ 'ਚ ਸ਼ਾਮਲ ਹੋਏ ਆ, ਪੰਜਾਂ ਦੇ ਜਥੇ ਰਾਹੀਂ ਸ਼ਾਮਲ ਹੋਏ ਆ। ਇੱਕ ਉਹ ਅਧਿਕਾਰ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 1699 ਤੱਕ ਗੁਰੂ ਸਾਹਿਬ ਦੇ ਆਪਣੇ ਕੋਲ ਸੀ, ਧਰਮ 'ਚ ਪ੍ਰਵੇਸ਼ ਗੁਰੂ ਸਾਹਿਬ ਆਪ ਕਰਵਾਉਂਦੇ ਸੀ। ਹੁਣ ਉਹ ਅਧਿਕਾਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਦੇ ਦਿੱਤਾ। ਕਿਉਂ ਦੇ ਦਿੱਤਾ? ਵੀ ਜਿੰਨਾ ਸਮਾਂ ਅੱਗੇ 7-8 ਸਾਲ ਜ਼ਿੰਦਗੀ ਗੁਰੂ ਸਾਹਿਬ ਨੇ ਉਹ ਬਤੀਤ ਕੀਤੀ ਸਰੀਰ ਰੂਪ ਦੇ ਵਿੱਚ, ਆਪਣੀ ਨਿਗਰਾਨੀ ਦੇ ਵਿੱਚ, ਉਹਨਾਂ ਸਮਾਂ ਇਸ ਦੀ ਪਰਖ ਕੀਤੀ ਜਾ ਸਕੇ। ਇਹ ਕਾਰਜ ਗੁਰਸਿੱਖ ਇਸ ਨੂੰ ਸੰਭਾਲ ਪਾਉਂਦੇ ਆ ਕਿ ਨਹੀਂ। ਤਾਂ ਜਿੱਥੇ ਜਿੱਥੇ ਲੋੜ ਪਈ, ਭਾਵੇਂ ਉਹ ਚਮਕੌਰ ਦੀ ਗੜ੍ਹੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪ ਰਣ ਖੇਤਰ ਵਿੱਚ ਲੜਨ ਦਾ ਫੈਸਲਾ ਲੈਣਾ ਹੋਵੇ, ਉਹ ਇੱਦਾਂ ਨਹੀਂ ਸੀ ਵੀ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ। ਪਿਆਰਿਓ, ਪਤਾ ਸੀ ਬਈ ਇਹ ਵੇਲਾ ਵਕਤ ਠੀਕ ਨਹੀਂ ਹੈ ਰਣ ਖੇਤਰ 'ਚ ਜਾਣ ਦਾ। ਪਰ ਫਿਰ ਵੀ ਕਿਉਂ ਗੱਲ ਆਖੀ? ਇਤਿਹਾਸ ਕਹਿੰਦਾ ਵੀ ਆਖੀ। ਕਿਉਂ ਆਖੀ? ਕਿਉਂਕਿ ਮਹਾਰਾਜ ਉੱਥੇ ਪੰਜਾਂ ਨੂੰ ਪਰਖਣਾ ਚਾਹੁੰਦੇ ਆ ਵੀ ਜਿਨ੍ਹਾਂ ਨੂੰ ਖੁਦ ਮੁਖਤਿਆਰੀ ਦੇਣੀ ਹੈ, ਇਹਨਾਂ ਕੋਲ ਕਿੰਨੀ ਕੁ ਯੋਗਤਾ ਆ। ਫਿਰ ਉਹ ਪੰਜਾਂ ਨੇ ਆਪਣੀ ਯੋਗਤਾ ਉੱਥੇ ਵਿਖਾਈ ਵੀ ਪਾਤਸ਼ਾਹ ਤੁਹਾਡਾ ਇੱਥੇ ਰਹਿਣਾ ਜ਼ਰੂਰੀ, ਜਿਉਂਦਾ ਰਹਿਣਾ ਬੜਾ ਜ਼ਰੂਰੀ ਆ। ਇਸ ਲਈ ਤੁਸੀਂ ਰਣ ਖੇਤਰ 'ਚ ਹੁਣ ਸ਼ਹੀਦੀ ਨਹੀਂ ਪਾਵੋਗੇ, ਅਸੀਂ ਹੈਗੇ ਹਾਂ, ਅਸੀਂ ਸ਼ਹਾਦਤਾਂ ਪਾਵਾਂਗੇ, ਜਿਵੇਂ ਵੀ ਹੋਵੇ ਤੁਸੀਂ ਇੱਥੋਂ ਸੁਰੱਖਿਅਤ ਬਾਹਰ ਨਿਕਲੋ। ਤਾਂ ਇਹ ਫੈਸਲੇ ਤੇ ਗੁਰੂ ਸਾਹਿਬ ਨੂੰ ਮਾਣ ਵੀ ਰਿਹਾ। ਫਿਰ ਇੱਕ ਹੋਰ ਪਰਖ ਵੀ ਹੋਈ ਹੈ। ਇਤਿਹਾਸ ਕਹਿੰਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਸਨ, ਤਾਂ ਸਾਹਮਣੇ ਇੱਕੋ ਕੋਈ ਬਣੀ ਹੋਈ ਸੀ ਕਬਰ ਮਜ਼ਾਰ ਦਾਦੂ ਦੀ, ਤੀਰ ਦੀ ਨੋਕ ਨਾਲ ਇੱਦਾਂ ਨਮਸਕਾਰ ਕੀਤੀ, ਤੇ ਸਿੱਖਾਂ ਨੇ ਅੱਗੇ ਘੋੜਾ ਲਾ ਕੇ ਰੋਕ ਲਿਆ। ਮਹਾਰਾਜ ਨੂੰ ਵੀ ਪਾਤਸ਼ਾਹ ਇਹ ਕਿ ਸਾਨੂੰ ਕਹਿੰਦੇ ਹੋ ਮੜਾ ਮਸਾਣ ਨਾ ਜਾਈ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ, ਤੇ ਤੁਸੀਂ ਆਪ ਇਹਨੂੰ ਮਜ਼ਾਰ ਨੂੰ ਜਿਹੜਾ ਹੈਗਾ ਉਹ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਕਹਿੰਦੇ ਹੱਸ ਪਏ ਵੀ ਖਾਲਸਾ ਜੀ ਸਾਡੀ ਪਰਖ ਸੀ ਤੇ ਤੁਸੀਂ ਇਹ 'ਚ ਸਫਲ ਹੋਏ ਹੋ। ਜੇ ਤੁਸੀਂ ਅੱਜ ਮੈਨੂੰ ਸਵਾਲ ਕਰ ਸਕਦੇ ਹੋ ਨਾ ਗੁਰੂ ਨੂੰ, ਤਾਂ ਕੱਲ੍ਹ ਨੂੰ ਤੁਹਾਡਾ ਕੋਈ ਵੀ ਆਗੂ ਬਣੇ, ਜੇ ਉਹ ਕਿਤੇ ਧਰਮ ਤੋਂ ਪਰੇ ਜਾਏਗਾ, ਤੁਸੀਂ ਰੋਕ ਕੇ ਉਹਨੂੰ ਵੀ ਸਵਾਲ ਕਰੋਗੇ। ਤੁਹਾਨੂੰ ਖੁਦ ਮੁਖਤਿਆਰ ਕਰਨਾ ਸੀ, ਉਹ ਖੁਦ ਮੁਖਤਿਆਰੀ ਤੁਹਾਡੇ ਕੋਲ ਆ ਚੁੱਕੀ ਆ। ਸੋ ਇਹ ਆ ਪੰਥ ਨੂੰ ਗੁਰਤਾ ਦੇਣੀ। ਪੰਥ ਨੂੰ ਗੁਰਤਾ ਦਾ ਅਰਥ ਇਹ ਨਹੀਂ ਵੀ ਸਿੱਖ ਆਪਣੇ ਆਪ ਨੂੰ ਗੁਰੂ ਸਮਝਣ ਲੱਗ ਪੈਣ, ਨਾ, ਪਰ ਹਾਂ ਗੁਰੂ ਵਾਲਾ ਜਜ਼ਬਾ ਸਿੱਖਾਂ ਦੇ ਅੰਦਰ ਕੰਮ ਕਰਦਾ ਰਹੇਗਾ। ਜੇ ਕਿਤੇ ਸਿੱਖ ਨੂੰ ਕੋਈ ਲੱਗੇ ਬਈ ਆਹ ਫਲਾਣਾ ਆਗੂ ਧਰਮ ਤੋਂ ਪਰੇ ਜਾ ਰਿਹਾ ਹੈ, ਤਾਂ ਸਿੱਖ ਆਪਣੇ ਅੰਦਰ ਗੁਰੂ ਦੀ ਜੋਤ ਦਾ ਸਹਾਰਾ ਲੈਂਦੇ ਹੋਏ, ਗੁਰੂ ਤੋਂ ਸੇਧ ਤੇ ਅਗਵਾਈ ਲੈਂਦੇ ਹੋਏ ਸਾਹਮਣੇ ਹੋ ਕੇ ਉਹਨੂੰ ਪੁੱਛਣ ਦਾ ਅਧਿਕਾਰ ਰੱਖਦਾ, ਭਾਈ ਸਾਹਿਬ ਦੱਸੋ, ਹਾਂਜੀ ਦੱਸੋ ਗਿਆਨੀ ਜੀ, ਦੱਸੋ ਜਥੇਦਾਰ ਜੀ, ਆ ਕਿਵੇਂ ਹੋਇਆ? ਕਿਉਂ? ਜੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਜਾ ਸਕਦਾ, ਤੁਹਾਨੂੰ ਕਿਉਂ ਨਹੀਂ ਪੁੱਛਿਆ ਜਾ ਸਕਦਾ? ਪੁੱਛਿਆ ਜਾ ਸਕਦਾ ਹੈ। ਲਿਖਤਾਂ ਕਹਿੰਦੀਆਂ ਗੁਰੂ ਪਾਤਸ਼ਾਹ ਤੋਂ ਪੁੱਛਿਆ ਗਿਆ ਸੀ ਵੀ ਇਹ ਕਿਉਂ, ਨਮਸਕਾਰ ਕਿਉਂ, ਤੇ ਫਿਰ ਇਹਨਾਂ ਤੋਂ ਵੀ ਪੁੱਛਿਆ ਜਾ ਸਕਦਾ ਵੀ ਦੱਸੋ ਆਹ ਫੈਸਲੇ ਕਿਉਂ, ਕਿਹਦੇ ਦਬਾਅ ਹੇਠ ਲਏ ਗਏ, ਦੱਸੋ।
ਉਹ ਚੀਜ਼ ਸਾਡੇ ਅੰਦਰ ਤਾਂ ਹੋਏਗੀ ਜੇ ਅਸੀਂ ਆਪਣੇ ਆਪ ਨੂੰ ਗੁਰੂ ਪੰਥ ਦਾ ਹਿੱਸਾ ਸਮਝਿਆ ਹੋਏਗਾ। ਗੁਰੂ ਪੰਥ ਦਾ ਹਿੱਸਾ ਸਮਝਣ ਲਈ ਸਾਨੂੰ ਆਪਣੇ ਅੰਦਰ ਗੁਰਬਾਣੀ ਦਾ ਉਪਦੇਸ਼ ਤੇ ਬਾਹਰੀ ਤੌਰ ਤੇ ਸਾਡੇ ਕੋਲ ਗੁਰੂ ਪਾਤਸ਼ਾਹ ਦਾ ਬਖਸ਼ਿਆ ਲਿਬਾਸ ਹੋਣਾ ਚਾਹੀਦਾ ਆ। ਸੋ ਇਹ ਗੁਰੂ ਪੰਥ ਸੀ। ਅੱਗੇ ਅੰਮ੍ਰਿਤ ਸੰਸਕਾਰ ਹੈ ਜੀ, ਉਹ ਆਪਾਂ ਅਗਲੇ ਹਿੱਸੇ ਵਿੱਚ ਗੱਲ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਜਸਵਿੰਦਰ ਸਿੰਘ ਬਟਰੁੱਖਾਂ YouTube ਚੈਨਲ ਦੇ ਉੱਪਰ। ਰਹਿਤ ਮਰਿਆਦਾ ਦੀ ਗੱਲ ਆਪਾਂ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।